Kinds of verb. Finite ਤੇ non-finite verb. Finite verb ਕਿਹੜੀ ਹੁੰਦੀ ਹੈ? Finite verb has a subject of its own and is limited by the person and the number of the subject. Example, she is playing tennis. Is playing a finite verb है. They are watching television. They were watching television. Were watching ਇਹ ਕਿਹੜੀ verb ਹੈ? Finite verb ਹੈ. ਫਿਰ ਨਾਨ ਫਾਈਨਾਈਟ ਵਰਬ ਕਿਹੜੀ ਹੁੰਦੀ ਹੈ? ਇੱਕ ਤਾਂ ਆਪਾਂ ਇਹਨੂੰ ਡਿਟੇਲਸ ਕਰਾਂਗੇ ਬਟ ਫॉर द ਟਾਈਮ ਬੀਇੰਗ ਆਪਾਂ ਦੇਖ ਲੈਨੇ। ਨਾਨ ਫਾਈਨਾਈਟ ਵਰਬਸ ਆਰ ਨਾਟ ਲਿਮਿਟਡ ਬਾਈ ਦ ਪਰਸਨ ਐਂਡ ਦ ਨੰਬਰ ਆਫ ਐਨੀ ਸਬਜੈਕਟ। ਦੇ ਆਰ ਯੂਜ਼ਡ ਵਿਦਆਊਟ ਮੈਂਸ਼ਨਿੰਗ ਐਨੀ ਸਬਜੈਕਟ। ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਵਿਦਆਊਟ ਮੈਂਸ਼ਨਿੰਗ ਐਨੀ ਸਬਜੈਕਟ। ਨਾਨ ਫਾਈਨਾਈਟ ਵਰਬਸ ਆਰ ਆਫ 3 ਕਾਈਂਡਸ, ਇਨਫਿਨਿਟਿਵ, ਜਿਰੰਡ ਐਂਡ ਪਾਰਟਿਸਿਪਲ। ਜਿਨ੍ਹਾਂ ਵਿੱਚੋਂ ਇਨਫਿਨਿਟਿਵ ਤੇ ਜਿਰੰਡ ਨੂੰ ਆਪਾਂ ਕਈ ਵਾਰ ਨਾਉਨ ਵਾਂਗੂ ਯੂਜ਼ ਕਰਦੇ ਹਾਂ। ਇਹਨਾਂ ਦੇ ਹੋਰ ਵੀ ਕਈ ਕੰਮ ਹੁੰਦੇ ਆ ਤੇ ਇਹਨੂੰ ਆਪਾਂ ਯੂਜ਼ ਕਰਦੇ ਹਾਂ ਐਜ਼ ਐਨ ਐਡਜੈਕਟਿਵ। ਐਗਜ਼ਾਮਪਲ, ਸ਼ੀ ਕਮਸ ਇਹ ਤੁਹਾਡੀ ਫਾਈਨਾਈਟ ਵਰਬ ਹੈ। ਹੇਅਰ ਟੂ ਸਟੱਡੀ ਇਹ ਤੁਹਾਡੀ ਨਾਨ ਫਾਈਨਾਈਟ ਵਰਬ ਹੈ। We saw ਇਹ ਤੁਹਾਡੀ ਫਾਈਨਾਈਟ ਵਰਬ ਹੈ। them waiting for the bus ਇਹ ਤੁਹਾਡੀ ਨਾਨ ਫਾਈਨਾਈਟ ਵਰਬ ਹੈ। she likes ਇਹ ਤੁਹਾਡੀ ਫਾਈਨਾਈਟ ਵਰਬ ਹੈ। reciting poems ਇਹ ਤੁਹਾਡੀ ਨਾਨ ਫਾਈਨਾਈਟ ਵਰਬ ਹੈ। ਦੈਟ ਮੀਨਸ ਜਦੋਂ ਆਪਾਂ ਇੱਕ ਸੈਂਟੈਂਸ ਲਿਖੀਏ ਉਹਦੇ ਵਿੱਚ ਸਬਜੈਕਟ ਤੋਂ ਬਾਅਦ ਇੱਕ ਵਰਬ ਆਉਂਦੀ ਹੈ, ਉਹ ਵਰਬ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ? ਫਾਈਨਾਈਟ ਵਰਬ। ਉਸ ਤੋਂ ਇਲਾਵਾ ਜੇ ਹੋਰ ਕਿਤੇ ਵੀ ਵਰਬ ਆਉਂਦੀ ਹੈ ਉਹ ਕਿਹੜੀ ਹੋਏਗੀ? ਨਾਨ ਫਾਈਨਾਈਟ ਵਰਬ। ਦੈਟ ਮੀਨਸ ਜਾਂ ਤਾਂ ਇਨਫਿਨਿਟਿਵ ਹੋ ਸਕਦੀ ਹੈ ਜਾਂ ਜਿਰੰਡ ਹੋ ਸਕਦੀ ਹੈ ਜਾਂ ਪਾਰਟਿਸਿਪਲ। ਇਹ ਆਪਾਂ ਚੈੱਕ ਕਰਾਂਗੇ ਇਹਨੂੰ ਕਿਸ ਤਰ੍ਹਾਂ ਯੂਜ਼ ਕਰਦੇ ਹਾਂ, ਇਹਦਾ ਮੀਨਿੰਗ ਕੀ ਹੈ, ਮਕਸਦ ਕੀ ਹੈ ਯੂਜ਼ ਕਰਨ ਦਾ। ਮੈਨੂੰ ਦੱਸੋ ਕੀ ਕਲੀਅਰ ਹੋ ਰਿਹਾ? ਨੈਕਸਟ ਇੱਕ ਹੋਰ ਪਾਰਟ 'ਚ ਆਪਾਂ ਇਹਨੂੰ ਡਿਵਾਈਡ ਕਰ ਸਕਦੇ ਹਾਂ ਵਿਚ ਇਜ਼ ਕਾਲਡ ਟ੍ਰਾਂਜ਼ਿਟਿਵ ਤੇ ਇਨਟ੍ਰਾਂਜ਼ਿਟਿਵ। Transit ਤੇ intransitive. Transit means to move या transfer. The action of transitive verb passes over to the object. For example, she writes a letter, she teaches English. Intransitive verb, the actions of the transitive verb does not pass over to the object. It goes back to the subject. She cried a lot. She came on time. ਇੱਥੇ ਆਪਾਂ ਇਹਨੂੰ ਕਿਸ ਤਰ੍ਹਾਂ ਸਮਝਾਂਗੇ? ਤੁਸੀਂ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਹੋ, ਟ੍ਰਾਂਜ਼ਿਟਿਵ ਵਰਬ ਉਹ ਹੁੰਦੀ ਹੈ ਜਿਹਦਾ ਆਬਜੈਕਟ ਹੋਵੇ। ਕੀ ਹੋਵੇ? ਆਬਜੈਕਟ ਹੋਵੇ। ਇਨਟ੍ਰਾਂਜ਼ਿਟਿਵ ਵਰਬ ਉਹ ਹੁੰਦੀ ਹੈ ਜਿਹਦਾ ਆਬਜੈਕਟ ਹੋਵੇ ਕਿ ਨਾ ਹੋਵੇ? ਨਾ ਹੋਵੇ। ਕਰੈਕਟ। ਸੋ ਦੇਖੋ ਮੈਂ ਕੁਝ ਵਰਬਸ ਲਿਖ ਰਿਹਾ ਇੱਥੇ, ਇਹਨੂੰ ਤੁਸੀਂ एग्जाम्पल ले लेने पहले आप प्ले, रीड, ड्राइव, वॉक, गो, स्लीप, रीच या अराइव, ये कुछ वर्ब्स है कि आप इन्हां चों दस सकते हैं किहड़ी ट्रांजिटिव वर्ब होएगी, किहड़ी इंट्रांजिटिव वर्ब होएगी। एग्जाम्पल देखते हैं। मैं एक फर्स्ट सेंटेंस लिखते हैं, प्ले नाउ। मैं कह रहा राम प्लेज क्रिकेट। रीड, दे रीड न्यूज़पेपर। ड्राइव, he drives the car. Walk, they walk in the garden. Go, she goes for a walk.
in the morning. Sleep. He sleeps at 10 p.m. Reach. Sham. Reached on time. ਇਹਨਾਂ ਵਿੱਚੋਂ ਆਪਾਂ ਕਿਹੜੀਆਂ ਵਰਬਸ ਕਹਿ ਸਕਦੇ ਹਾਂ ਟ੍ਰਾਂਜ਼ਿਟਿਵ ਹੈ, ਕਿਹੜੀਆਂ ਵਰਬਸ ਕਹਿ ਸਕਦੇ ਹਾਂ ਇਨਟ੍ਰਾਂਜ਼ਿਟਿਵ ਹੈ? ਸੋ ਆਪਾਂ ਜੋ ਸਟਾਰਟ ਕਰੀਏ, ਰਾਮ ਪਲੇਸ ਕ੍ਰਿਕਟ। ਸੋ ਆਪਾਂ ਇੱਥੇ ਜੋ ਵਰਬ ਹੈ ਉਹਨੂੰ ਇੱਕ ਕੁਐਸਚਨ ਪੁੱਛ ਸਕਦੇ ਹਾਂ, ਉਸ ਕੁਐਸਚਨ ਨੂੰ ਕਵਾਂਗੇ ਆਪਾਂ ਵਟ। ਕੀ ਕਵਾਂਗੇ? ਜਾਂ ਫਿਰ ਆਪਾਂ ਹੂਮ ਵੀ ਪੁੱਛ ਸਕਦੇ ਹਾਂ। ਕੀ ਪੁੱਛ ਸਕਦੇ ਹਾਂ? ਹੂਮ। ਟੂ ਹੂਮ। ਠੀਕ ਹੈ, ਇਹ ਸਾਨੂੰ ਡਾਇਰੈਕਟ ਆਬਜੈਕਟ ਦਿੰਦਾ ਹੈ, ਇਹ ਸਾਨੂੰ ਇਨਡਾਇਰੈਕਟ ਆਬਜੈਕਟ ਦਿੰਦਾ ਹੈ। ਤੇ ਜਦੋਂ ਸਾਡੇ ਕੋਲ ਡਾਇਰੈਕਟ ਜਾਂ ਇਨਡਾਇਰੈਕਟ ਆਬਜੈਕਟ ਆ ਜਾਏ ਤਾਂ ਆਪਾਂ ਕਹਿੰਦੇ ਆ ਕਿ ਇਹ ਜਿਹੜੀ ਵਰਬ ਹੈ ਇਹ ਟ੍ਰਾਂਜ਼ਿਟਿਵ ਹੈ। ਇਹ ਜਿਹੜੀ ਵਰਬ ਹੈ ਉਹ ਕੀ ਹੈ? ਟ੍ਰਾਂਜ਼ਿਟਿਵ ਹੈ। ਦੇਖਦੇ ਹਾਂ, ਮੈਂ ਕਹਾਂ ਰਾਮ ਪਲੇਜ਼, ਮੈਂ ਉਹਨੂੰ ਪੁੱਛੂੰਗਾ ਕੀ ਖੇਡਦਾ ਹੈ? ਠੀਕ ਹੈ, ਆਂਸਰ ਮੇਰੇ ਕੋਲ ਆਉਂਦਾ ਕ੍ਰਿਕਟ। ਦੈਟ ਮੀਨਸ ਇਹ ਜਿਹੜੀ ਵਰਬ ਹੈ ਕਿਹੜੀ ਹੈ? ਟ੍ਰਾਂਜ਼ਿਟਿਵ ਹੈ। ਦੇ ਰੀਡ, ਮੈਂ ਉਹਨੂੰ ਪੁੱਛੂੰਗਾ ਵਟ, ਕੀ ਪੜ੍ਹਦਾ ਹੈ? ਸੋ ਮੇਰੇ ਕੋਲ ਜੇ ਆਂਸਰ ਆਂਦਾ ਹੈ ਨਿਊਜ਼ਪੇਪਰ, ਦੈਟ ਮੀਨਸ ਇਹ ਕਿਹੜੀ ਵਰਬ ਹੈ? ਟ੍ਰਾਂਜ਼ਿਟਿਵ। ਹੀ ਡਰਾਈਵਸ, ਮੈਂ ਉਹਨੂੰ ਪੁੱਛੂੰਗਾ ਵਟ, ਮੇਰੇ ਕੋਲ ਆਂਸਰ ਆਂਦਾ ਹੈ ਦ ਕਾਰ। ਸੋ ਇਹ ਕਿਹੜੀ ਵਰਬ ਹੈ? ਟ੍ਰਾਂਜ਼ਿਟਿਵ ਹੈ। ਮੈਂ ਪੁੱਛ ਰਿਹਾ ਦੇ ਵਾਕ, ਮੈਨੂੰ ਪੁੱਛ ਰਿਹਾ ਵਟ, ਦੇ ਵਾਕ ਵਟ, ਤਾਂ ਮੈਨੂੰ ਕੋਈ ਆਂਸਰ ਨਹੀਂ ਮਿਲ ਰਿਹਾ। ਇਹ ਕਿਹੜੀ ਵਰਬ ਹੈ? ਇਨਟ੍ਰਾਂਜ਼ਿਟਿਵ। ਸ਼ੀ ਗੋਜ਼ ਵਟ ਜਾਂ ਹੂਮ, ਕੋਈ ਵੀ ਆਂਸਰ ਪੁੱਛਾਂ ਤਾਂ ਮੈਨੂੰ ਕੋਈ ਆਂਸਰ ਨਹੀਂ ਮਿਲ ਰਿਹਾ। ਇਹ ਕਿਹੜੀ ਵਰਬ ਹੈ? ਇਨਟ੍ਰਾਂਜ਼ਿਟਿਵ ਹੈ। ਹੀ ਸਲੀਪਸ, ਵਟ ਦਾ ਆਂਸਰ ਨਹੀਂ ਆਣਾ, ਇਨਟ੍ਰਾਂਜ਼ਿਟਿਵ ਹੈ। ਸ਼ਾਮ ਰੀਚਸ ਜਾਂ ਰੀਚਡ, ਇਹਦਾ ਵਟ ਦਾ ਆਂਸਰ ਨਹੀਂ ਆਏਗਾ। ਸੋ ਇਹ ਕਿਹੜੀ ਵਰਬ ਹੈ? ਇਨਟ੍ਰਾਂਜ਼ਿਟਿਵ ਹੈ। ਵਰਬ ਨੂੰ ਆਪਾਂ ਕਈ ਤਰ੍ਹਾਂ ਦੇ ਆਂਸਰ ਪੁੱਛ ਸਕਦੇ ਹਾਂ, ਵੇਅਰ, ਵੈਨ, ਵਾਈ, ਹਾਊ, ਵਟ, ਹੂਮ। ਜਿਨ੍ਹਾਂ ਵਿੱਚੋਂ ਜੇ ਵਟ ਜਾਂ ਹੂਮ ਦਾ ਆਂਸਰ ਹੈਗਾ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਵਰਬ ਕਿਹੜੀ ਹੈ? ਟ੍ਰਾਂਜ਼ਿਟਿਵ ਹੈ। ਜੇ ਸਾਡੇ ਕੋਲ ਵਟ ਹੂਮ ਦਾ ਆਂਸਰ ਨਹੀਂ ਆਂਦਾ, ਵੇਅਰ, ਵੈਨ, ਵਾਈ, ਹਾਊ ਜਾਂ ਕੁਝ ਇਸ ਤਰ੍ਹਾਂ ਦਾ ਆਂਸਰ ਆਂਦਾ ਹੈ ਤਾਂ ਉਹ ਟ੍ਰਾਂਜ਼ਿਟਿਵ ਨਹੀਂ ਹੈ, ਉਹ ਕਿਹੜੀ ਹੈ? ਇਨਟ੍ਰਾਂਜ਼ਿਟਿਵ। ਮੈਨੂੰ ਦੱਸੋ ਕਿ ਕੁਝ ਸਮਝ ਪਾ ਰਹੇ ਹੋ? ਜਿਵੇਂ ਕਿ ਜੇ ਤੁਸੀਂ ਇੱਥੇ ਪੁੱਛੋ ਰਾਈਟਸ, ਤੁਹਾਨੂੰ ਆਨਸਰ ਮਿਲਦਾ ਹੈ ਕੀ ਰਾਈਟ ਕਰਦਾ ਹੈ। ਟੀਚਿਸ, ਤੁਹਾਨੂੰ ਆਨਸਰ ਮਿਲਦਾ ਹੈ ਕੀ ਟੀਚ ਕਰਦਾ ਹੈ। ਜੇ ਤੁਸੀਂ ਲਿਖੋ ਸ਼ੀ ਟੀਚਿਸ ਮੀ, ਤਾਂ ਵੀ ਤੁਹਾਨੂੰ ਆਨਸਰ ਮਿਲ ਜਾਏਗਾ ਕਿਹਨੂੰ ਟੀਚ ਕਰਦਾ ਹੈ। ਕੁਝ ਸਮਝ ਪਾ ਰਹੇ ਹੋ ਕਿ ਨਹੀਂ? ਕੀ ਤੇ ਕਿਹਨੂੰ? ਯੈਸ ਔਰ ਨੋ? ਅੱਛਾ, ਬਟ ਜੋ ਤੁਸੀਂ ਇੱਥੇ ਦੇਖੋ ਸ਼ੀ ਕਰਾਈਡ, ਇਹਨੂੰ ਪੁੱਛੋ ਵਟ ਹੂਮ, ਕੁਛ ਇਸ ਤਰ੍ਹਾਂ, ਕੁਛ ਆਨਸਰ ਨਹੀਂ ਆ ਰਿਹਾ। ਕੇਮ, ਸ਼ੀ ਕੇਮ ਔਨ ਟਾਈਮ, ਕਦੋਂ ਆਇਆ ਇਹ ਦੱਸਦਾ ਹੈ। ਸੋ ਮੈਂ ਇੱਥੇ ਥੋੜਾ ਜਿਹਾ ਪੋਰਸ਼ਨ ਦੱਸਣਾ ਚਾਹੂੰਗਾ ਬੀ ਵਰਬ ਬਾਰੇ। ਕਿਹੜੀ ਵਰਬ? ਬੀ ਵਰਬ। ਸੋ ਬੀ ਵਰਬ ਕਿਹੜੀ ਹੁੰਦੀ ਹੈ? ਇਸ, ਐਮ, ਆ। ਸੋ ਇੱਥੇ ਧਿਆਨ ਰੱਖਣਾ ਹੈ, ਜਿਹੜੀ ਬੀ ਵਰਬ ਹੁੰਦੀ ਹੈ ਇਹਨੂੰ ਆਪਾਂ ਦੋ ਤਰ੍ਹਾਂ ਯੂਜ਼ ਕਰਦੇ ਹਾਂ, ਐਜ਼ ਅ ਆਕਸਿਲਰੀ ਮੀਨਸ ਹੈਲਪਿੰਗ ਵਰਬ। ਸੈਕਿੰਡ, ਇਹਨੂੰ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਮੇਨ ਵਰਬ। ਦੇਖੋ ਮੈਂ ਕੀ ਕਹਿ ਰਿਹਾ, ਬੀ ਵਰਬ ਹੈ ਜਿਹੜੀ, ਇਹਨੂੰ ਆਪਾਂ ਦੋ ਤਰ੍ਹਾਂ ਯੂਜ਼ ਕਰਦੇ ਹਾਂ। ਫਸਟ ਐਜ਼ ਐਨ ਆਕਸਿਲਰੀ, ਜਿਹਨੂੰ ਆਪਾਂ ਕਹਿੰਦੇ ਹਾਂ ਹੈਲਪਿੰਗ ਵਰਬ। ਸੈਕਿੰਡ ਐਜ਼ ਅ ਮੇਨ ਵਰਬ। ਦੇਖੋ ਜੇ ਮੈਂ ਕੋਈ ਵੀ ਸੈਂਟੈਂਸ ਲਿਖਣਾ ਹੈ, ਜੇ ਮੈਂ ਕੋਈ ਵੀ ਸੈਂਟੈਂਸ ਲਿਖਣਾ ਹੈ, ਉਹ ਸਭ ਤੋਂ ਪਹਿਲਾਂ ਮੈਨੂੰ ਦੇਖਣਾ ਪਏਗਾ ਕਿ ਇਹ 'ਚ ਕੋਈ ਵਰਬ ਅਵੇਲੇਬਲ ਹੈ। ਜਿਵੇਂ ਕਿ ਇਹ ਵੈਸੇ ਰਾਮ, ਪਿੱਛੇ ਆਪਾਂ ਸੈਂਟੈਂਸਿਸ ਬਣਾਏ ਨਾ, ਰਾਮ ਪਲੇ क्रिकेट। क्लियर हो रहा है कि नहीं? राम या फिर ही
walks in the ground. They live in Delhi. Clear हो रहा है कि नहीं? So Ram plays cricket, he walks in the ground, they live in Delhi. ਇਹਨਾਂ ਨੂੰ ਜੇ ਮੈਂ ਪ੍ਰੋਗਰੈਸਿਵ ਬਣਾਉਣਾ ਹੈ, ਕੀ ਬਣਾਉਣਾ ਹੈ? ਪ੍ਰੋਗਰੈਸਿਵ। ਤਾਂ ਮੈਨੂੰ ਮੈਂ ਇਸ ਤਰ੍ਹਾਂ ਲਿਖਾਂਗਾ, Ram is playing cricket. He is walking in the ground. They are living in Delhi. ਇੱਥੇ ਧਿਆਨ ਰੱਖਣਾ ਹੈ, is ਜਾਂ are ਨੂੰ ਮੈਂ use ਕਰ ਰਿਹਾ ਐਜ਼ ਅ ਹੈਲਪਿੰਗ ਵਰਬ, ਬਿਕੋਜ਼ ਇਹ ਕੀ ਹੈ? ਮੇਰਾ ਮੇਨ ਵਰਬ। ਇਹ ਪ੍ਰੋਗਰੈਸਿਵ ਟੈਂਸਸ ਹੈ। ਜੇ ਮੈਂ ਇਹਨੂੰ ਪ੍ਰੋਗਰੈਸਿਵ ਚ ਕਨਵਰਟ ਕੀਤਾ, ਦੂਸਰਾ ਆਪਸ਼ਨ ਕੀ ਹੈ? ਇਫ ਆਈ ਸੇ Ram is my cousin. She is a beautiful girl. They are honest. ਆ ਸੈਂਟੈਂਸਸ ਦੇਖ ਰਹੇ ਹੋ? ਇੱਥੇ ਵਰਬਸ ਕਿਹੜੀਆਂ? ਸੋ ਆਪਾਂ ਕਵਾਂਗੇ is, are, ਜਾਂ ਫਿਰ ਇਹਨਾਂ ਦੀ ਜਗ੍ਹਾ was, ਜਾਂ ਕੀ ਹੋ ਸਕਦਾ ਹੈ? were। ਜੇ ਆਪਾਂ ਪਾਸਟ ਦੀ ਗੱਲ ਕਰਨੀ ਹੈ ਤਾਂ ਇੱਥੇ ਵੀ ਹੋ ਸਕਦੇ ਹੈ ਕਿ was ਜਾਂ were। ਇਹ ਕਲੀਅਰ ਹੋ ਰਿਹਾ ਕਿ ਨਹੀਂ? ਇਹ ਪਾਸਟ ਦੀ ਗੱਲ ਹੋ ਸਕਦੀ ਹੈ, ਪ੍ਰੈਜ਼ੈਂਟ ਦੀ ਗੱਲ ਹੋ ਸਕਦੀ ਹੈ। ਇੱਥੇ ਯੂਜ਼ ਹੋ ਰਹੀ ਹੈ ਐਜ਼ ਅ ਹੈਲਪਿੰਗ ਵਰਬ, ਇੱਥੇ ਯੂਜ਼ ਹੋ ਰਹੀ ਹੈ ਐਜ਼ ਅ ਮੇਨ ਵਰਬ। ਜਿਵੇਂ ਮੈਂ ਇੱਥੇ ਲਿਖਾ ਰਾਮ ਪਲੇਡ ਕ੍ਰਿਕਟ, ਕੀ ਕਹਾਂ? ਰਾਮ ਪਲੇਡ ਕ੍ਰਿਕਟ, ਰਾਮ ਵਾਸ ਪਲੇਇੰਗ ਕ੍ਰਿਕਟ। ਠੀਕ ਹੈ, ਤੇ ਰਾਮ ਵਾਸ ਮਾਈ ਕਜ਼ਨ। ਇਹ ਮੈਂ ਉਦੋਂ ਹੀ ਕਹਿ ਸਕਦਾ ਰਾਮ ਵਾਸ ਮਾਈ ਕਜ਼ਨ ਜਦੋਂ ਹੁਣ ਪ੍ਰੈਜ਼ੈਂਟਲੀ ਰਾਮ ਅਵੇਲੇਬਲ ਨਹੀਂ ਹੈ, ਮਤਲਬ ਉਹ ਦੀ ਡੈਥ ਹੋ ਚੁੱਕੀ ਹੈ। ਕਿਉਂਕਿ ਜੇ ਉਹ ਪ੍ਰੈਜ਼ੈਂਟ ਹੈ ਤੇ ਉਹ ਲਿਵ ਕਰ ਰਿਹਾ, ਦੈਟ ਮੀਨਸ ਫਿਰ ਇਨ ਸਰਟਨ ਕੇਸ ਮੈਂ ਵਾਸ ਨਹੀਂ ਕਹਿ ਸਕਦਾ, ਮੈਨੂੰ ਕੀ ਕਹਿਣਾ ਪਏਗਾ? ਇਜ਼। ਸਿਮਿਲਰਲੀ ਇੱਥੇ ਮੈਂ ਵਾਸ ਲਿਖ ਸਕਦਾ, ਬਟ ਪ੍ਰੋਵਾਈਡਡ ਕਿ ਸ਼ੀ ਹੁਣ ਜ਼ਿੰਦਾ ਨਹੀਂ। ਮੈਨੂੰ ਇਸ ਤਰ੍ਹਾਂ ਸਮਝੋ, ਲੈਟ ਸਪੋਜ਼ ਇੱਕ ਹੋਰ ਵਰਬ ਮੈਂ ਯੂਜ਼ ਕਰ ਰਿਹਾ ਹਾਂ, ਕੀ ਹੈ? ਹੈਵ। ਜਾਂ ਸਿੰਗੂਲਰ ਕੀ ਯੂਜ਼ ਹੁੰਦਾ ਹੈ? ਹੈਜ਼। ਇਹਨੂੰ ਵੀ ਆਪਾਂ ਸਮਝਦੇ ਹਾਂ, ਜੇ ਆਪਾਂ ਇਹਨੂੰ ਦੋ ਹਿੱਸਿਆਂ 'ਚ ਵੰਡ ਦਈਏ, ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਐਜ਼ ਅ ਹੈਲਪਿੰਗ ਵਰਬ, ਤੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਐਜ਼ ਅ ਮੇਨ ਵਰਬ। ਤੁਸੀਂ ਮੈਨੂੰ ਦੱਸਣਾ ਹੈ ਕਿ ਮੈਨੂੰ ਕਿੱਥੇ ਯੂਜ਼ ਕੀਤਾ ਐਜ਼ ਅ ਹੈਲਪਿੰਗ ਵਰਬ ਤੇ ਕਿੱਥੇ ਇਹਨੂੰ ਯੂਜ਼ ਕੀਤਾ ਐਜ਼ ਅ ਮੇਨ ਵਰਬ। मैं दो सेंटेंसेस लिखे, he has finished his work, he has a car. सो तुसी इत्थे दसना है कित्थे मैं यूज किया एज अ हेल्पिंग वर्ब, कित्थे मैं यूज किया एज अ मेन वर्ब। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਜਿਹੜੀਆਂ ਤੁਸੀਂ ਵਰਬਸ ਕਰਦੇ ਹੋ ਨਾ, ਜਿਹੜੀਆਂ ਵਰਬਸ ਦੀ ਲਿਸਟ ਆਉਂਦੀ ਹੈ, ਉਹ 'ਚ ਇੱਕ ਵਰਬ ਹੁੰਦੀ ਹੈ ਬੀ ਵਾਸ ਬੀਨ, ਇੱਕ ਵਰਬ ਹੁੰਦੀ ਹੈ ਹੈਜ਼ ਹੈਡ ਹੈਡ ਜਾਂ ਹੈਵ ਹੈਡ ਹੈਡ। ਦੋ, ਹੈਜ਼ ਹੈਡ ਹੈਡ, ਹੈਜ਼ ਦੀ ਵੀ ਪਾਸਟ ਹੈਡ ਹੈਡ ਹੁੰਦਾ ਤੇ ਹੈਵ ਦਾ ਵੀ ਪਾਸਟ ਹੈਡ ਹੈਡ ਹੁੰਦਾ।
ਇਹਦਾ ਮਤਲਬ ਇਹ ਸਿਗਨੀਫਾਈ ਕਰਦੀਆਂ ਹੈ ਕਿ ਇਹ ਜਿਹੜੀਆਂ ਵਰਬਸ ਹੈ ਇਹ ਮੇਨ ਵਰਬਸ ਹੈ। ਜਿਵੇਂ ਤੁਸੀਂ ਮੈਂ ਕਹਿ ਰਿਹਾ ਜਦੋਂ ਤੁਸੀਂ ਰੈਗੂਲਰ ਵਰਬਸ ਦੇਖੀਆਂ ਨਾ, ਰੈਗੂਲਰ ਇਰੈਗੂਲਰ ਵਰਬਸ ਜਿਹੜੀਆਂ ਲਿਖੀਆਂ ਸੀ, ਪਲੇ ਪਲੇਡ ਪਲੇਡ, ਰਾਈਟ ਰੋਟ ਰਿਟਨ ਸੀਗੇ ਨਾ ਵਰਬਸ, ਉਹਨਾਂ ਹੀ ਵਰਬਸ ਦੀ ਲਿਸਟ ਦੇ ਵਿੱਚ ਤੁਸੀਂ ਨੋਟਿਸ ਕਰੋਗੇ ਲਿਖਿਆ ਹੋਇਆ ਹੈ ਡੂ ਡਿਡ ਡਨ। ਠੀਕ ਹੈ, ਬੀ ਵਾਸ ਬੀਨ, ਹੈਜ਼ ਹੈਡ ਹੈਡ। ਕੀ ਸਮਝ ਪਾ ਰਹੇ ਹੋ ਕਿ ਨਹੀਂ? ਹੁਣ ਮੈਂ ਇੱਕ ਗੱਲ ਕਰ ਰਿਹਾ ਡੂ ਦੀ। ਹੁਣ ਮੈਨੂੰ ਤੁਸੀਂ ਦੱਸੋ ਡੂ ਨੂੰ ਮੈਂ ਕਿੱਥੇ ਹੈਲਪਿੰਗ ਵਰਬ ਵਾਂਗੂ ਯੂਜ਼ ਕੀਤਾ ਹੈ, ਕਿੱਥੇ ਮੇਨ ਵਰਬ ਵਾਂਗੂ ਯੂਜ਼ ਕੀਤਾ ਹੈ? ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇੱਕ ਜਿਹੜੀ ਵਰਬ ਹੈ ਉਹ ਆਕਸਿਲਰੀ ਵੀ ਹੋ ਸਕਦੀ ਹੈ, ਬਟ ਐਟ ਦ ਸੇਮ ਟਾਈਮ ਜੇ ਆਪਾਂ ਇੱਕ ਕਿਸੇ ਹੋਰ ਸੈਂਟੈਂਸ ਦੇ ਵਿੱਚ ਉਹਨੂੰ ਐਜ਼ ਅ ਮੇਨ ਵਰਬ ਵੀ ਯੂਜ਼ ਕਰ ਸਕਦੇ ਹਾਂ। ਕਿ ਉਹਦਾ ਆਪਣਾ ਕੋਈ ਮੀਨਿੰਗ ਨਹੀਂ ਹੈ? ਹੋ ਸਕਦਾ ਹੈ ਜੀ, ਕਿਉਂ ਨਹੀਂ ਹੋ ਸਕਦਾ? ਪਰਫੈਕਟ 'ਚ ਆਪਾਂ ਹੈਵ ਐਜ਼ ਅ ਰੂਲ ਲਗਾਉਂਦੇ ਹਾਂ ਕਿ ਹੈਵ ਦਾ ਆਪਣਾ ਮੀਨਿੰਗ ਨਹੀਂ ਹੈ, ਹੈਵ ਦਾ ਆਪਣਾ ਮੀਨਿੰਗ ਵੀ ਹੈਗਾ। ਅੱਛਾ, ਇਫ ਆਈ ਸੇ he does the work ਜਾਂ he does the task, they do the task ਜਾਂ they do the work, ਇਹਨਾਂ ਦੋਨਾਂ ਦੇ ਵਿੱਚ ਕਿੱਥੇ ਮੈਂ ਯੂਜ਼ ਕੀਤਾ ਹੈ does ਐਜ਼ ਅ ਹੈਲਪਿੰਗ ਵਰਬ ਤੇ ਕਿੱਥੇ ਮੈਂ ਯੂਜ਼ ਕੀਤਾ does ਐਜ਼ ਅ ਮੇਨ ਵਰਬ? ਸੇਮ ਉਸੇ ਤਰ੍ਹਾਂ ਪਹਿਲੇ ਦੇ ਵਿੱਚ ਤੁਸੀਂ ਕਹੋਗੇ ਮੈਂ ਇਹਨੂੰ ਯੂਜ਼ ਕੀਤਾ ਐਜ਼ ਅ ਹੈਲਪਿੰਗ ਵਰਬ, ਸੈਕੰਡ 'ਚ ਤੁਸੀਂ ਕਹੋਗੇ ਇਹਨੂੰ ਮੈਂ ਯੂਜ਼ ਕੀਤਾ ਐਜ਼ ਅ ਮੇਨ ਵਰਬ, ਕਿਉਂਕਿ ਇੱਥੇ ਜਿਹੜੀ ਮੇਰੀ ਮੇਨ ਵਰਬ ਹੈ ਉਹ ਹੈ ਹੀ ਪਲੇਸ ਚੈਸ। ਤੇ ਜੇ ਉਹ ਨਹੀਂ ਖੇਲਦਾ ਤਾਂ ਮੈਨੂੰ ਇੱਦਾਂ ਲਿਖਣਾ ਪਏਗਾ ਨੈਗੇਟਿਵ ਸੈਂਟੈਂਸ ਜਦੋਂ ਵੀ ਆ ਜਾਏ ਸਾਨੂੰ ਕੰਪਲਸਰੀ ਹੈਲਪਿੰਗ ਵਰਬ ਲਗਾਉਣਾ ਪੈਂਦਾ ਹੈ। ਤੇ ਉਹ ਹੈਲਪਿੰਗ ਵਰਬ ਹਮੇਸ਼ਾ ਕੀ ਹੋਏਗਾ? ਜਾਂ ਤਾਂ ਡੂ ਜਾਂ ਡਸ ਪ੍ਰੈਜ਼ੈਂਟ ਦੇ ਕੇਸ ਦੇ ਵਿੱਚ, ਪਾਸਟ ਦੇ ਕੇਸ ਵਿੱਚ ਡਿਡ। ਮੈਨੂੰ ਦੱਸੋ ਕੀ ਕਲੀਅਰ ਹੋਇਆ? ਸੋ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇ ਜਿਹੜੇ ਵਰਬਸ ਹੈ, ਜਿਹੜੇ ਹੈਲਪਿੰਗ ਵਰਬਸ ਆਪਾਂ ਕਹਿ ਰਹੇ ਹਾਂ ਇੱਥੇ, ਇਹਨਾਂ ਨੂੰ ਆਪਾਂ ਹੈਲਪਿੰਗ ਵਰਬਸ ਵਾਂਗੂ ਵੀ ਯੂਜ਼ ਕਰ ਸਕਦੇ ਹਾਂ ਤੇ ਮੇਨ ਵਰਬ ਵਾਂਗੂ ਵੀ ਯੂਜ਼ ਕਰ ਸਕਦੇ ਹਾਂ ਜਦੋਂ ਉਹਦੀ ਵਰਤੋਂ ਹੋਵੇ, ਜਦੋਂ ਉਹ ਐਕਸਪਲਿਸਿਟਲੀ ਮੀਨਿੰਗ ਦੱਸ ਰਹੇ ਹਨ। ਤੇ ਜੇ ਤੁਸੀਂ ਕਹੋ ਅੱਛਾ ਇਹ ਕਿਹੜਾ ਟੈਂਸ ਹੈ, ਤੁਸੀਂ ਕਹੋਗੇ ਕਿਹੜਾ ਟੈਂਸ ਹੈ? ਪਰਫੈਕਟ ਟੈਂਸ ਹੈ। ਕੰਪਲੀਟ ਪਰਫੈਕਟ ਕੀ ਹੁੰਦਾ ਹੈ? ਕੰਪਲੀਟ ਐਕਟੀਵਿਟੀ ਹੈ, ਪ੍ਰੈਜ਼ੈਂਟ ਪਰਫੈਕਟ। ਜੇ ਤੁਸੀਂ ਪੁੱਛੋ ਇਹ ਕਿਹੜਾ ਟੈਂਸ ਹੈ, ਤੁਸੀਂ ਕਹੋਗੇ ਪ੍ਰੈਜ਼ੈਂਟ ਸਿੰਪਲ ਟੈਂਸ ਹੈ, ਜਾਂ ਤੁਸੀਂ ਇਨਡੈਫਿਨਾਈਟ ਕਹਿ ਸਕਦੇ ਹੋ। ਠੀਕ ਹੈ, ਪ੍ਰੈਜ਼ੈਂਟ ਇਨਡੈਫਿਨਾਈਟ। ਹੁਣ ਜਿਹੜਾ ਹੈਜ਼ ਹੈ ਇਹਦਾ ਐਕਚੁਅਲ ਚ ਮੀਨਿੰਗ ਹੁੰਦਾ ਕੀ ਹੈ? ਇਹਦਾ ਵਿੱਚ ਐਕਚੁਅਲ ਜਿਹੜਾ ਹੈਜ਼ ਹੈ ਜਾਂ ਹੈਵ ਹੈ, ਇਹਨੂੰ ਤੁਸੀਂ ਤਿੰਨ ਤਰ੍ਹਾਂ ਯੂਜ਼ ਕਰ ਸਕਦੇ ਹੋ, ਜਿਵੇਂ ਕਿ ਈਟ ਲਈ, ਡਰਿੰਕ ਲਈ, ਪੋਜੈਸ਼ਨ, ਜਾਂ ਫਿਰ ਇਹਨੂੰ ਕਹਿ ਸਕਦੇ ਹੋ ਓਨਰਸ਼ਿਪ ਲਈ। ਸੋ ਈਟ ਲਈ, ਡਰਿੰਕ ਲਈ, ਪੋਜੈਸ਼ਨ ਲਈ, ਜਾਂ ਫਿਰ ਓਨਰਸ਼ਿਪ ਲਈ। ਜੇ ਤੁਸੀਂ ਲੈਟਸ ਸਪੋਜ਼ ਤੁਹਾਡੇ ਘਰ ਕੋਈ ਆਇਆ ਪਰਸਨ, ਤੁਸੀਂ ਉਹਨੂੰ ਚਾਹ ਪਾਣੀ ਕੁਝ ਪੁੱਛ ਰਹੇ ਹੋ ਤੇ ਤੁਸੀਂ ਚਾਹ ਲੈ ਕੇ ਗਏ, ਤੁਸੀਂ ਉਹਨੂੰ ਕੀ ਕਹੋਗੇ? ਡਰਿੰਕ ਇਟ। ਲੈਟਸ ਸਪੋਜ਼ ਹੁਣ ਭੁੱਖ ਲੱਗੀ ਹੈ ਤੇ ਤੁਸੀਂ ਉਹਨੂੰ ਰੋਟੀ ਦੇ ਰਹੇ ਹੋ, ਤੁਸੀਂ ਕਹੋਗੇ ਈਟ ਇਟ, ਖਾ ਲੈ। Certainly you will not use these words. So ਤੁਸੀਂ ਕੀ ਕਹੋਗੇ? have it. Yes or no? ਇਹ ਕਹੋਗੇ ਨਾ have it. have it ਉਹ ਪੀਣ ਵੀ ਹੋ ਸਕਦਾ ਹੈ, ਖਾਣਾ ਵੀ ਹੋ ਸਕਦਾ ਹੈ। ਜੇ ਕੋਈ ਪਰਸਨ ਇਸ ਤਰ੍ਹਾਂ ਕਵੇ I have eaten the food, ਜਾਂ I have eaten the lunch, ਉਹ ਏਦਾਂ ਵੀ ਕਹਿ ਸਕਦਾ I have had my lunch।
ठीक है, कुछ समझ रहे हो कि नहीं? जे कोई पर्सन इस तरह कहे आई हैव माई लंच लेट्स सपोज एट 2 PM, ठीक है, वो कहता मैं 2 बजे लंच लेना। बेसिकली उत्ते हैव ना लिख के की लिख सकता है ईट, आई ईट माई लंच एट 2 PM। बेसिकली ये सेंटेंस वो कहना चाहता है। ਉਹ ਈਟ ਦੀ ਜਗ੍ਹਾ ਤੇ ਉਹ ਈਟ ਨਾ ਕਹਿ ਕੇ ਕੀ ਕਹੇਗਾ हैव। ये समझ पा रहे हो कि नहीं? वो ऐसा कह सकता है आई ड्रिंक वाटर 3 times या 4 times a day। और ड्रिंक नहीं लिखेगा, वो की कहेगा या की लिखेगा, वो कहेगा आई हैव वाटर 3 times a day। ये आ क्लियर हो रहे? जे मैं इस तरह कहा दिस कंप्यूटर हैज lots of benefits। This is not Priyanka Chopra। ਜਿਨ੍ਹਾਂ ਤੁਹਾਨੂੰ ਜਿਹਨੂੰ ਤੁਹਾਨੂੰ ਹਾਸਾ ਨਹੀਂ ਆਇਆ ਨਾ, ਉਹਨੂੰ ਪਤਾ ਨਹੀਂ ਹੈ ਕਿ ਪ੍ਰਿਯੰਕਾ ਚੋਪੜਾ ਆਪਣੇ ਆਪ ਨੂੰ ਕੀ ਕਹਿੰਦੀ ਹੈ, ਜਾਂ ਉਹਨੂੰ ਜਨਰਲੀ ਲੋਕ ਕੀ ਕਹਿੰਦੇ ਆ, ਪੀਸੀ। ਅੱਛਾ, ਹੁਣ ਇੱਥੇ ਮੈਂ ਕੀ ਕਹਿ ਰਿਹਾ, ਦਿਸ ਪੀਸੀ ਹੈਜ਼ ਲੋਟਸ ਆਫ ਬੈਨੀਫਿਟਸ। ਅੱਛਾ, ਜੇ ਮੈਂ ਕਹਾਂ ਦਿਸ ਪੀਸੀ ਹੈਜ਼ ਲੋਟਸ ਆਫ ਬੈਨੀਫਿਟਸ, ਸੋ ਇਸ ਪੀਸੀ ਦੇ ਕਿ ਤੁਹਾਡੇ ਕਿ ਮੇਰੇ ਕਿ ਹੈ ਕੁਰਸੀ ਦੇ ਕਿ ਮਾਈਕ ਦੇ ਆ ਟੀਵੀ ਦੇ, ਇਹ ਸਿਰਫ ਕਿਹਦੇ ਹੈ? ਇਹਦੇ। कुछ समझ पा रहे हो कि नहीं? यस और नो? मतलब मैं हैज यूज करूंगा जे कोई चीज किसी चीज ਨੂੰ ਬਿਲੋਂਗ ਕਰਦੀ ਹੈ, ਬਈ ਉਹਦੀ ਹੈ। ਇੱਥੇ ਜਿਹੜਾ ਵਰਡ ਹੈ ਹੈਜ਼, ਇਹ ਹੈਲਪਿੰਗ ਵਰਬ ਹੈ ਕਿ ਮੇਨ ਵਰਬ ਹੈ? ਦੱਸੋ। ਲਿਖੇ ਹੋਣ ਦੇ ਬਾਵਜੂਦ ਨਹੀਂ ਦੱਸ ਪਾ ਰਹੇ ਤਾਂ ਹੁਣ ਕੀ ਹੋ ਸਕਦਾ? ये हेल्पिंग वर्ब है कि मेन वर्ब है? मेन वर्ब है जी। कुछ पूछना है तो पूछ सकना। क्या समझ आया? सो ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਵਰਬਸ ਮੈਂ ਦੱਸੇ ਨਾ ਪ੍ਰਾਇਮਰੀ, ਇਹ ਤੁਸੀਂ ਧਿਆਨ ਦੇਣਾ ਹੈ ਕਿ ਇਹਨਾਂ ਨੂੰ ਆਪਾਂ ਮੇਨ ਵਰਬ ਵਾਂਗੂ ਯੂਜ਼ ਕਰ ਸਕਦੇ ਇਹਨਾਂ ਵਿੱਚੋਂ ਕਾਫੀ। ਹਾਂ, ਉਹਦਾ ਆਪਣਾ ਇੱਕ ਸਰਟਨ ਕੀ ਹੁੰਦਾ ਹੈ, ਮੀਨਿੰਗ। जो डू डिड लिखा होया है वो एज अ मेन वर्ब यूज हो सकते हैं, ਉਹਦਾ अपना सर्टन की होना चाहिए मीनिंग। डू का मतलब होंगे करना, बट डू का डू हेल्पिंग वर्ब वांगू भी यूज होंगे, उत्थे ਉਹਦਾ मतलब करना नहीं है। की समझ रहे हो? हैव का मतलब की होंगे ओन करना, ओनरशिप या मेरा है। कुछ समझ रहे हो कि नहीं? बट जो मैं उन्होंने हेल्पिंग वर्ब वांगू यूज करा फिर ਉਹਦਾ वो मतलब नहीं है। ਉਹ 'ਚ ਉਹਦਾ ਮੀਨਿੰਗ, ਲਿਟਲ ਮੀਨਿੰਗ ਜਿਹੜਾ ਹੈ ਵਰਡ ਦਾ, ਆਪਾਂ ਉਹ ਚੈੱਕ ਕਰਾਂਗੇ। ਕੀ ਕਲੀਅਰ ਹੋਇਆ? ਪੁੱਛਣਾ ਹੈ ਕੁਛ?